ਸਾਰਿਆਂ ਨੂੰ ਮੈਂ ਸੁਖਵਿੰਦਰ ਤੁਹਾਡਾ ਸਾਰਿਆਂ ਦਾ ਮੇਰੇ ਇਸ YouTube ਚੈਨਲ ਤੇ ਸਵਾਗਤ ਹੈ। ਜੇ ਤੁਸੀਂ ਇਹ ਵੀਡੀਓ Facebook ਤੇ ਜਾਂ Instagram ਤੇ ਦੇਖ ਰਹੇ ਹੋ ਤਾਂ ਵੀ ਤੁਹਾਡਾ ਮੇਰੇ ਇਸ ਪੇਜ ਦੇ ਉੱਤੇ ਸਵਾਗਤ ਹੈ। ਦੋਸਤੋ, ਮੈਂ ਹਮੇਸ਼ਾ ਤੁਹਾਡੇ ਨਾਲ ਐਦਾਂ ਦੀਆਂ ਵੀਡੀਓਜ਼ ਸ਼ੇਅਰ ਕਰਦਾ ਜੋ ਕਿ ਤੁਹਾਡੇ ਲਈ ਕੁਛ ਨਾ ਕੁਛ ਨੌਲੇਜੇਬਲ ਹੋਣ, ਜਿਹਦਾ ਕਿ ਤੁਹਾਨੂੰ ਅੱਗੇ ਕੋਈ ਨਾ ਕੋਈ ਫਾਇਦਾ ਮਿਲੇ। ਅੱਜ ਦੀ ਇਹ ਵੀਡੀਓ ਉਹਨਾਂ ਸਾਰੇ ਸਬਸਕ੍ਰਾਈਬਰ ਲਈ ਹੈ, ਉਹਨਾਂ ਸਾਰੇ ਸਟੂਡੈਂਟਸ ਲਈ ਹੈ ਜੋ ਕਿ ਹਮੇਸ਼ਾ ਇਹ ਪੁੱਛਦੇ ਸੀਗੇ ਕਿ ਤੁਸੀਂ ਹਮੇਸ਼ਾ ਜਿਹੜੀਆਂ ਕਿ USA ਦੀਆਂ ਵੀਡੀਓਜ਼ ਪਾਉਂਦੇ ਹੋ, ਤੁਸੀਂ ਹਮੇਸ਼ਾ ਨੌਲੇਜ ਦਿੰਦੇ ਹੋ USA ਦੀ ਪ੍ਰੋਸੈਸ ਬਾਰੇ ਦੱਸਦੇ ਹੋ, ਕਿੰਨੇ ਪੈਸੇ ਲੱਗਦੇ ਨੇ, ਕੌਣ ਅਪਲਾਈ ਕਰ ਸਕਦਾ, ਕਿਹੜੀਆਂ ਪ੍ਰੋਫਾਈਲਸ ਨੇ, ਬਟ ਕਦੀ ਇਹ ਨਹੀਂ ਦੱਸਿਆ ਕਿ US ਦੇ ਇੰਟਰਵਿਊ ਦੇ ਵਿੱਚ ਕੀ ਪੁੱਛਿਆ ਜਾਂਦਾ ਹੈ, ਕਿੰਨਾ ਕੁ US ਦਾ ਇੰਟਰਵਿਊ ਟਫ ਹੁੰਦਾ ਹੈ, ਸੌਖਾ ਹੁੰਦਾ ਹੈ, ਤੇ ਸਟੂਡੈਂਟ ਨੂੰ ਕੀ ਦਿੱਕਤਾਂ ਆਉਂਦੀਆਂ ਨੇ, ਜਾਂ ਫਿਰ ਸਟੂਡੈਂਟ ਕਿੰਨਾ ਕੁ ਸਖਾਲਾ ਇਸ ਇੰਟਰਵਿਊ ਨੂੰ ਕਲੀਅਰ ਕਰ ਸਕਦਾ ਹੈ। ਅੱਜ ਦੋਸਤੋ ਸਾਡੇ ਨਾਲ ਨੇ ਸਮ੍ਰਿਤੀ ਸ਼ਰਮਾ, ਤੇ ਸਮ੍ਰਿਤੀ ਦਾ ਵੀਜ਼ਾ ਆਇਆ ਹੈ USA ਦਾ ਵੀਜ਼ਾ ਲੈਣਾ ਜਿੰਨਾ ਸੌਖਾ ਹੈ ਉਨਾ ਹੀ USA ਦੇ ਵਿੱਚ ਥੋੜੀ ਜਿਹੀਆਂ ਟੈਕਨੀਕੈਲਿਟੀ ਚੀਜ਼ਾਂ ਨੇ, ਥੋੜੀ ਜਿਹੀਆਂ ਕੁਝ ਐਦਾਂ ਦੀਆਂ ਚੀਜ਼ਾਂ ਜੋ ਕਿ ਤੁਹਾਨੂੰ ਉੱਥੇ ਧਿਆਨ ਦੇਣੀਆਂ ਚਾਹੀਦੀਆਂ ਨੇ। ਕੁਝ ਐਦਾਂ ਦੇ ਡੂਜ਼ ਐਂਡ ਡੋਂਟਸ ਹੈ ਜਦੋਂ ਤੁਹਾਡਾ ਇੰਟਰਵਿਊ ਹੁੰਦਾ ਹੈ ਜਾਂ ਜਦੋਂ ਤੁਸੀਂ ਫਾਈਲ ਲਾਂਚ ਕਰਦੇ ਹੋ। ਐਦਾਂ ਦੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਤੁਹਾਨੂੰ ਖਾਸ ਧਿਆਨ ਰੱਖਣਾ ਚਾਹੀਦਾ, ਚਾਹੇ ਉਹ ਤੁਸੀਂ ਰੱਖੋ ਜਾਂ ਤੁਹਾਡਾ ਜਿਹੜਾ ਏਜੰਟ ਹੈ ਜਿੱਥੋਂ ਤੁਸੀਂ ਵੀਜ਼ਾ ਅਪਲਾਈ ਕਰ ਰਹੇ ਹੋ ਉਹ ਰੱਖੋ। ਅੱਜ ਆਪਾਂ ਸਮ੍ਰਿਤੀ ਨਾਲ ਗੱਲ ਕਰਾਂਗੇ ਕਿ ਉਹਨਾਂ ਦਾ ਸਾਡੇ ਨਾਲ ਐਕਸਪੀਰੀਅੰਸ ਕਿੱਦਾਂ ਦਾ ਰਿਹਾ, ਉਹਨਾਂ ਨੇ US ਦੀ ਫਾਈਲ ਲਾਈ, ਉਹਨਾਂ ਦਾ ਵੀਜ਼ਾ ਆਇਆ ਉਹ ਕਿੱਦਾਂ ਦਾ ਰਿਹਾ। ਇਹਨਾਂ ਦਾ ਵੀਜ਼ਾ ਆਇਆ ਹੈ, ਤੁਹਾਨੂੰ ਵੀਜ਼ਾ ਵੀ ਦਿਖਾਵਾਂਗੇ, ਬਟ ਵੀਜ਼ਾ ਦਿਖਾ ਕੇ ਜਾਂ ਕੰਗ੍ਰੈਚੁਲੇਸ਼ਨਸ ਦੇ ਵਿੱਚ ਮੈਂ ਤੁਹਾਡਾ ਟਾਈਮ ਵੇਸਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਹੋ ਸਕਦਾ ਹੈ ਵੀਡੀਓ ਥੋੜੀ ਲੰਬੀ ਚੱਲੇ। ਆਪਾਂ ਡਿਟੇਲ 'ਚ ਸਮ੍ਰਿਤੀ ਨਾਲ ਗੱਲ ਕਰਾਂਗੇ ਕਿ ਇਹ ਸਾਡੇ ਕੋਲ ਕਿੱਦਾਂ ਆਏ ਤੇ ਇਹਨਾਂ ਨੂੰ USA ਦਾ ਵੀਜ਼ਾ ਕਿੱਦਾਂ ਮਿਲਿਆ। ਜਿੰਨਾ ਕਿ ਏਜੰਟਸ ਨੇ ਉਹ ਬਹੁਤ ਵੱਡਾ ਹਊਆ ਬਣਾ ਕੇ ਰੱਖਦੇ ਨੇ ਕਿ USA ਦਾ ਵੀਜ਼ਾ ਤੁਸੀਂ ਲਓ 10 ਲੱਖ 'ਚ 15 ਲੱਖ 'ਚ ਵੱਡੇ ਪੈਕੇਜ ਵੇਚੇ ਜਾਂਦੇ ਨੇ, ਬਟ ਇਹਨਾਂ ਨੂੰ ਵੀਜ਼ਾ ਮਿਲਿਆ ਸਿਰਫ ਔਰ ਸਿਰਫ 70 ਤੋਂ 80 ਹਜ਼ਾਰ ਰੁਪਏ ਦੇ ਵਿੱਚ, ਜਿੱਦਾਂ ਕਿ ਅਸੀਂ ਆਪਣੀ ਐਡ ਦੇ ਵਿੱਚ ਕਹਿੰਦੇ ਆ। ਬਹੁਤ ਸਾਰੇ ਏਜੰਟਸ ਐਡ ਵੀ ਦਿੰਦੇ ਨੇ, ਬਟ ਇਹ ਹੈ ਕਿ ਉਹ ਵੀਜ਼ੇ ਬਹੁਤ ਘੱਟ ਦਿਖਾਉਂਦੇ ਨੇ। ਅੱਜ ਸਾਡੇ ਨਾਲ ਸਮ੍ਰਿਤੀ ਨੇ, ਇਹਨਾਂ ਦਾ ਵੀਜ਼ਾ ਆਇਆ। ਸੋ ਸਮ੍ਰਿਤੀ, ਸਭ ਤੋਂ ਪਹਿਲਾਂ ਆਪਣੀ ਪ੍ਰੋਫਾਈਲ ਬਾਰੇ ਦੱਸੋ ਕਿ ਤੁਹਾਡੀ ਪ੍ਰੋਫਾਈਲ ਕੀ ਸੀਗੀ, ਤੁਹਾਡੀ ਪ੍ਰੀਵੀਅਸ ਐਜੂਕੇਸ਼ਨ ਕੀ ਸੀ, ਤੇ ਤੁਹਾਡਾ ਫੈਮਿਲੀ ਬੈਕਗਰਾਉਂਡ ਵੀ ਦੱਸ ਦਿਓ ਕਿਉਂਕਿ ਕਈ ਲੋਕੀ ਕਹਿੰਦੇ ਆ ਕਿ ਜੀ ਫੈਮਿਲੀ ਬੈਕਗਰਾਉਂਡ ਬਹੁਤ ਤਕੜਾ ਹੋਣਾ ਚਾਹੀਦਾ, ਤੁਹਾਡੇ ਕੋਲ ਬਿਜ਼ਨਸ ਪ੍ਰੋਫਾਈਲ ਹੋਣੀ ਚਾਹੀਦੀ ਹੈ, ਤੁਹਾਡੇ ਕੋਲ ਬਹੁਤ ਸਾਰੇ ਫੰਡਸ ਹੋਣੇ ਚਾਹੀਦੇ ਆ। ਸੋ ਇਹ ਚੀਜ਼ਾਂ ਆਪਾਂ ਨੂੰ ਕਲੀਅਰ ਕਰੋ ਅੱਜ ਕਿ ਤੁਹਾਡੀ ਬੈਕਗਰਾਉਂਡ ਕੀ ਸੀ। ਵੈਲ ਐਕਚੁਅਲੀ ਮੈਂ ਇੱਕ ਮਿਡਲ ਕਲਾਸ ਫੈਮਿਲੀ ਤੋਂ ਹੀ ਬਿਲੋਂਗ ਕਰਦੀ ਹਾਂ, ਕੁਝ ਜ਼ਿਆਦਾ ਸਾਡਾ ਸਟੇਟਸ ਨਹੀਂ ਹੈਗਾ, ਠੀਕ ਹੈ, ਨੋਰਮਲ ਫੈਮਿਲੀ ਹੀ ਹੈ, ਜੁਆਇੰਟ ਫੈਮਿਲੀ ਹੈ ਮੇਰੀ। ਓਕੇ। ਤੇ ਮੇਰੀ ਜਿਹੜੀ ਐਜੂਕੇਸ਼ਨ ਬੈਕਗਰਾਉਂਡ ਸੀ ਉਹ ਮੈਂ ਮਾਸਟਰਸ ਕੀਤੀ ਆ, ਤੇ ਈਵਨ ਮੇਰੀ ਬੈਚਲਰਸ ਵੀ ਡਬਲ ਹੈਗੀ ਆ, ਤੇ ਉਸ ਤੋਂ ਬਾਅਦ ਹੀ ਫਿਰ ਮੈਂ USA ਵਾਸਤੇ ਅਪਲਾਈ ਕੀਤਾ। ਸਮ੍ਰਿਤੀ, ਕਦੋਂ ਤੁਹਾਡੀ ਬੈਚਲਰ ਕਿਹੜੇ ਈਅਰ ਦੇ ਵਿੱਚ ਹੈਗੀ ਹੈ? ਮੇਰੀ ਬੈਚਲਰਸ ਜਿਹੜੀ ਕੰਪਲੀਟ ਹੋਈ ਸੀ 2015 ਦੇ ਵਿੱਚ, ਤੇ ਉਸ ਤੋਂ ਬਾਅਦ ਮੈਂ ਮਾਸਟਰਸ ਪਰਸਿਊ ਕੀਤੀ ਹੈ, ਮਾਸਟਰਸ ਇਨ ਕਾਮਰਸ। ਫਿਰ ਉਸ ਤੋਂ ਬਾਅਦ ਮੈਂ BEd ਕੀਤੀ ਹੈ ਤੇ ਉਹ 2019 ਦੇ ਵਿੱਚ ਮੈਂ ਕੰਪਲੀਟ ਕੀਤੀ ਆ। ਦੋਸਤੋ, ਜਿੱਦਾਂ ਦੇਖੋ ਇਹਨਾਂ ਨੇ ਬੈਚਲਰ ਕੀਤੀ 2015 ਚ, ਉਸ ਤੋਂ ਬਾਅਦ ਫਿਰ ਇਹਨਾਂ ਨੇ ਬੈਚਲਰ ਆਫ ਐਜੂਕੇਸ਼ਨ ਕੀਤੀ, ਫਿਰ ਇਹਨਾਂ ਨੇ ਮਾਸਟਰ ਡਿਗਰੀ ਕੀਤੀ। ਹੁਣ ਕਈ ਏਜੰਟ ਇਹ ਵੀ ਕਹਿੰਦੇ ਨੇ ਕਿ ਜੇ ਤੁਸੀਂ ਇੱਥੇ ਮਾਸਟਰਸ ਕਰ ਲਈ ਤਾਂ ਤੁਸੀਂ USA ਦੇ ਵਿੱਚ ਦੁਬਾਰਾ ਮਾਸਟਰਸ ਨਹੀਂ ਕਰ ਸਕਦੇ, ਤੁਹਾਡੀ ਆਲਰੇਡੀ ਇੱਥੇ ਐਜੂਕੇਸ਼ਨ ਕੰਪਲੀਟ ਹੋ ਗਈ। ਬਟ ਦੇਖੋ, ਪੜ੍ਹਾਈ ਦੀ ਕੋਈ ਉਮਰ ਨਹੀਂ ਹੁੰਦੀ, ਪੜ੍ਹਾਈ ਦੀ ਕੋਈ ਵੀ ਆਪਾਂ ਕਹੀਏ ਕੋਈ ਸੀਮਾ ਨਹੀਂ ਹੁੰਦੀ ਕਿ ਤੁਸੀਂ ਪੜ੍ਹਾਈ ਕਦੀ ਵੀ ਕਰ ਸਕਦੇ ਹੋ ਤੇ ਜਿਹੜੀ ਮਰਜ਼ੀ ਪੜ੍ਹਾਈ ਕਰ ਸਕਦੇ ਹੋ। ਜੇ ਤੁਸੀਂ ਇੱਥੇ ਮਾਸਟਰਸ ਕਰ ਲਈ ਤਾਂ ਤੁਸੀਂ ਡਬਲ ਮਾਸਟਰਸ ਕਰ ਸਕਦੇ ਹੋ। ਸੇਮ ਏਦਾਂ ਹੀ ਸਮ੍ਰਿਤੀ ਸਾਡੇ ਕੋਲ ਆਏ ਸੀ। ਤੇ ਸਮ੍ਰਿਤੀ, ਰੈਫਰੈਂਸ ਤੁਹਾਨੂੰ ਕਿੱਥੋਂ ਮਿਲਿਆ? ਸਭ ਤੋਂ ਪਹਿਲਾਂ ਆਪਾਂ ਇਹ ਦੇਖਦੇ ਵੀ ਤੁਹਾਨੂੰ ਰੈਫਰੈਂਸ ਕਿੱਥੋਂ ਮਿਲਿਆ ਸਾਡਾ। ਹਾਂਜੀ, ਐਕਚੁਅਲੀ ਮੇਰੇ ਪਾਪਾ ਨੇ ਉਹ ਇੱਕ ਦਿਨ ਮਤਲਬ ਇੰਸਟਾਗ੍ਰਾਮ ਵਗੈਰਾ ਚਲਾ ਰਹੇ ਸੀ, ਫੋਨ ਚਲਾ ਰਹੇ ਸੀ ਬੇਸਿਕਲੀ, ਤੇ ਉਹਨਾਂ ਨੇ ਤੁਹਾਡੀ ਵੀਡੀਓ ਦੇਖੀ, ਤੇ ਵੀਡੀਓ ਦੇਖ ਕੇ ਉਹ ਇੰਨਾ ਇੰਸਪਾਇਰ ਹੋ ਗਏ ਕਿ ਉਹਨਾਂ ਨੇ ਸੋਚਿਆ ਕਿ ਅਸੀਂ ਵੀ ਆਪਣੀ ਮਤਲਬ ਮੇਰੇ ਵਾਸਤੇ ਮਤਲਬ ਉੱਥੇ ਜਾਂਦੇ ਹਾਂ ਤੇ ਕੰਸਲਟ ਕਰਦੇ ਹਾਂ, ਤੇ ਉੱਥੋਂ ਦੀ ਮਤਲਬ ਉਸੇ ਰੈਫਰੈਂਸ ਤੋਂ ਲੈ ਕੇ ਫਿਰ ਅੱਜ ਅਸੀਂ ਤੁਹਾਡੇ ਨਾਲ ਆ। ਸਮ੍ਰਿਤੀ, ਕਿੱਦਾਂ ਦਾ, ਜੋ ਤੁਸੀਂ ਫਸਟ ਟਾਈਮ ਸਾਡੇ ਆਫਿਸ ਆਏ ਹੈ ਨਾ, ਤੁਸੀਂ USA ਬਾਰੇ ਕੰਸਲਟ ਕੀਤਾ, ਤੇ ਜਿੱਦਾਂ ਮੈਂ ਮਤਲਬ ਪਹਿਲਾਂ ਵੀ ਵੀਡੀਓਜ਼ ਪਾਉਂਦਾ USA ਬਾਰੇ, ਤਾਂ ਤੁਹਾਡਾ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਜਦੋਂ ਤੁਸੀਂ ਸਾਡੇ ਆਫਿਸ ਆਏ? ਐਕਚੁਅਲੀ ਜੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰਾਂ, ਬਹੁਤ ਵਧੀਆ ਐਕਸਪੀਰੀਅੰਸ ਸੀ। ਤੇ ਜਿੱਦਾਂ ਮਤਲਬ ਅਸੀਂ ਸਟਾਰਟਿੰਗ 'ਚ ਗਏ, ਇਹਨਾਂ ਨੇ ਸਾਨੂੰ ਬਹੁਤ ਵਧੀਆ ਕੰਸਲਟ ਕੀਤਾ, ਸਪੈਸੀਫਿਕਲੀ ਸਰ ਨੇ, ਤੇ ਮਤਲਬ ਉਹਨਾਂ ਨੇ ਸ਼ੁਰੂ ਤੋਂ ਸਾਨੂੰ ਗਾਈਡ ਕੀਤਾ ਕਿ ਕਿੱਦਾਂ ਪ੍ਰੋਸੈਸ ਹੋਏਗਾ, ਸਾਰਾ ਕੁਝ ਕਲੀਅਰ ਕੀਤਾ, ਕੁਝ ਵੀ ਹਾਈਡ ਨਹੀਂ ਕੀਤਾ ਉਹਨਾਂ ਨੇ। ਤੇ ਉਹਨਾਂ ਨੇ ਜਿਹੜਾ ਸਟਾਫ ਸੀਗਾ ਉਹ ਵੀ ਬਹੁਤ ਕੋਆਪਰੇਟਿਵ ਸੀਗਾ, ਤੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਦਾ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ, ਤੇ ਮੈਨੂੰ ਬਹੁਤ ਇੰਜੋਏ ਕੀਤਾ। ਈਵਨ ਕੋਈ ਟੈਨਸ਼ਨ ਨਹੀਂ ਸੀ, ਕੋਈ ਗੱਲ ਇੱਦਾਂ ਦੀ ਨਹੀਂ ਸੀ ਜਿਹਦੇ ਮੈਨੂੰ ਥੋੜ੍ਹਾ ਟੈਨਸ਼ਨ ਲੱਗੇ, ਮਤਲਬ ਬਹੁਤ ਵਧੀਆ ਐਕਸਪੀਰੀਅੰਸ ਸੀ ਓਵਰਆਲ।
ਓਕੇ ਸਮ੍ਰਿਤੀ, ਹੁਣ ਆਪਾਂ ਗੱਲ ਕਰਦੇ ਹਾਂ ਕਿ ਤੁਹਾਡਾ ਮਤਲਬ ਚਲੋ ਤੁਹਾਡਾ I-20 ਆ ਗਈ ਤੁਹਾਡੀ ਹੈ ਨਾ, ਤੇ ਉਸ ਤੋਂ ਬਾਅਦ ਤੁਹਾਨੂੰ DS-160 ਭਰ ਕੇ ਦਿੱਤਾ। ਜਿੱਦਾਂ ਕਿ ਆਪਾਂ ਹੁਣ ਦੇਖ ਰਹੇ ਹਾਂ ਕਿ US ਦੀ ਅਪਾਇੰਟਮੈਂਟ ਮਿਲਣੀ ਬਹੁਤ ਮੁਸ਼ਕਿਲ ਹੈ। ਤੁਹਾਡੀ ਅਪਾਇੰਟਮੈਂਟ ਕਿੱਥੇ ਸੀ ਤੇ ਤੁਸੀਂ ਉੱਥੇ ਮਤਲਬ ਕਿੱਦਾਂ ਗਏ ਤੇ ਤੁਹਾਡੇ ਤੋਂ ਵੀਜ਼ਾ ਆਫਿਸਰ ਨੇ ਕੀ ਪੁੱਛਿਆ? ਹੁਣ ਆਪਾਂ ਉੱਥੇ ਤੋਂ ਗੱਲ ਕਰਦੇ ਹਾਂ ਜਦੋਂ ਅਸੀਂ ਤੁਹਾਨੂੰ DS-160 ਭਰ ਕੇ ਤੁਹਾਨੂੰ ਅਪਾਇੰਟਮੈਂਟ ਅਸੀਂ ਦੇ ਦਿੱਤੀ, ਤੁਹਾਨੂੰ ਸਾਰੇ ਡਾਕੂਮੈਂਟ ਦਿੱਤੇ। ਹਾਂਜੀ, ਐਕਚੁਅਲੀ ਜਦੋਂ DS-160 ਮਿਲਿਆ ਤੇ ਹੁਣ ਨੈਕਸਟ ਸਟੈਪ ਸੀਗਾ ਇੰਟਰਵਿਊ ਦਾ, ਤੇ ਮੈਂ ਥੋੜੀ ਬਹੁਤ ਕਨਫਿਊਜ਼ ਸੀ, ਠੀਕ ਹੈ, ਔਰ ਡਰ ਵੀ ਸੀ ਕਿਉਂਕਿ ਉਹ ਹਰ ਇੱਕ ਦੇ ਆਈ ਥਿੰਕ ਥੋੜੇ ਜਿਹਾ ਮਨ ਦੇ ਵਿੱਚ ਹੁੰਦਾ ਹੈ। ਤੇ ਫਿਰ ਜਿਹੜੀ ਮੇਰੀ ਅਪਾਇੰਟਮੈਂਟ ਸੀ ਉਹ ਹੈਦਰਾਬਾਦ ਦੀ ਸੀ। ਹੈਦਰਾਬਾਦ ਮੈਂ ਬਾਈ ਟ੍ਰੇਨ ਗਈ, ਬੇਸਿਕਲੀ 2 ਦਿਨ ਲੱਗੇ ਮੈਨੂੰ ਉੱਥੇ ਪਹੁੰਚਣ ਲਈ। ਤੇ ਜਦੋਂ ਇੰਟਰਵਿਊ ਹੋਈ ਤੇ ਉਹਨਾਂ ਨੇ ਮਤਲਬ ਮੈਨੂੰ ਬਹੁਤ ਜ਼ਿਆਦਾ ਡਰ ਸੀਗਾ ਕਿ ਪਤਾ ਨਹੀਂ ਕੀ ਪੁੱਛਣਗੇ, ਮਤਲਬ ਬਹੁਤ ਜ਼ਿਆਦਾ ਕੁਐਸਚਨਿੰਗ ਹੁੰਦੀ ਆ ਤੇ ਵੀ ਤੁਸੀਂ ਕਿਉਂ ਜਾਣਾ ਹੈ, ਕਿੱਥੇ ਜਾਣਾ। ਬਟ ਬੇਸਿਕਲੀ ਉਹਨਾਂ ਦਾ ਜਿਹੜਾ ਇੰਟਰਵਿਊ ਸੀ ਬਹੁਤ ਹੀ ਸ਼ਾਰਟ ਸੀਗਾ ਮੇਰੇ ਨਾਲ, ਤੇ ਬਹੁਤ ਹੀ ਘੱਟ ਕੁਐਸਚਨਸ ਪੁੱਛੇ। ਸਭ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਆਪਣੀ ਅਪਾਇੰਟਮੈਂਟ ਲੈਟਰ ਮੀਨਸ ਚੈੱਕ ਕਰਵਾਈ ਉਹਨਾਂ ਨੇ। ਦੈਨ ਉਸ ਤੋਂ ਬਾਅਦ ਮੇਰਾ ਫਾਰਮ ਚੈੱਕ ਕੀਤਾ DS-160 ਵਾਲਾ। ਓਕੇ। ਐਂਡ ਫਿਰ ਉਸ ਤੋਂ ਬਾਅਦ ਉਹਨਾਂ ਨੇ ਪਾਸਪੋਰਟ ਚੈੱਕ ਕਰਨ ਲਈ ਕਿਹਾ। ਓਕੇ। ਉਸ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਕੁਐਸਚਨਿੰਗ ਸਟਾਰਟ ਕਰਤੀ। ਸਭ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਜਿਹੜਾ ਪੁੱਛਿਆ ਕੁਐਸਚਨ ਉਹ ਸੀਗਾ ਕਿ ਤੁਸੀਂ ਕਿਹੜਾ ਕੋਰਸ ਕਰਨ ਜਾ ਰਹੇ ਹੋ, ਤੇ MBA ਕਰਨ ਜਾ ਰਹੇ ਹੋ। ਮੇਰੇ ਕਿਹਾ ਮਤਲਬ ਮੈਂ ਰਿਪਲਾਈ ਕੀਤਾ ਉਹਨਾਂ ਨੂੰ ਕਿ ਯੈਸ ਆਈ ਐਮ ਗੋਇੰਗ ਟੂ ਪਰਸਿਊ MBA। ਦੈਨ ਉਹਨਾਂ ਨੂੰ ਮਤਲਬ ਪੁੱਛਿਆ ਮੈਨੂੰ ਕਿ ਤੁਹਾਡਾ ਜਿਹੜਾ ਸਟੱਡੀ ਹੈ ਜਾਂ ਤੁਹਾਡਾ ਵਰਕ ਹੈ ਕਿਵੇਂ ਤੁਹਾਡੇ ਨਾਲ ਜਿਹੜਾ ਤੁਸੀਂ ਕੋਰਸ ਕਰਨ ਜਾ ਰਹੇ ਹੋ ਕਿਵੇਂ ਉਹਦੇ ਨਾਲ ਰਿਲੇਟਿਡ ਹੈ। ਫਿਰ ਉਹਨਾਂ ਨੂੰ ਮੈਂ ਐਕਸਪਲੇਨ ਕੀਤਾ ਕਿ ਮਤਲਬ ਮੈਂ ਆਲਰੇਡੀ M.Com ਕੀਤੀ ਹੋਈ ਹੈ ਤੇ ਆਲਰੇਡੀ ਜਿਹੜਾ ਮੇਰਾ ਐਕਸਪੀਰੀਅੰਸ ਹੈ ਇਸੀ ਫੀਲਡ ਦੇ ਵਿੱਚ ਹੈ ਸਿੰਸ 2019। ਤੇ ਇਸ ਤਰ੍ਹਾਂ ਮਤਲਬ ਉਹਨਾਂ ਨੇ ਮੈਂ ਉਹਨਾਂ ਨੂੰ ਐਕਸਪਲੇਨ ਕੀਤਾ ਕਿ ਇਸ ਲਈ ਮੈਂ ਅੱਗੇ ਫਰਦਰ ਪੜ੍ਹਨਾ ਚਾਹੁੰਦੀ ਹਾਂ ਇਸੇ ਫੀਲਡ ਦੇ ਵਿੱਚ। ਫਿਰ ਉਹਨਾਂ ਨੇ ਨੈਕਸਟ ਕੁਐਸਚਨਿੰਗ ਕੀਤੀ ਕਿ ਤੁਹਾਨੂੰ ਕੌਣ ਸਪਾਂਸਰ ਕਰ ਰਿਹਾ। ਦੈਨ ਉਹਨਾਂ ਨੇ ਮਤਲਬ ਮੈਂ ਉਹਨਾਂ ਨੂੰ ਕਿਹਾ ਕਿ ਜਿਹੜੇ ਮੇਰੇ ਪੈਰੈਂਟਸ ਆ ਉਹੀ ਮੈਨੂੰ ਸਪਾਂਸਰ ਕਰ ਰਹੇ ਨੇ। ਅਕਾਊਂਟ ਡਿਟੇਲਸ ਵਗੈਰਾ ਵੀ ਪੁੱਛੀਆਂ, ਮਤਲਬ ਕਿ ਕਿੰਨਾ ਤੁਹਾਡੇ ਕੋਲ ਕਿੰਨੇ ਫੰਡਸ ਜਾਂ ਕਿੰਨੇ ਡਾਲਰਸ ਪਏ ਨੇ, ਕੁਛ ਏਦਾਂ ਦਾ ਪਤਾ ਕੀਤਾ ਕਿ ਇਹ ਸਿਰਫ ਇਹਨੇ ਹੀ ਪੁੱਛਿਆ ਕਿ ਕੌਣ ਸਪਾਂਸਰ ਕਰ ਰਿਹਾ? ਹਾਂਜੀ, ਬਸ ਇਹਨਾਂ ਨੇ ਨਹੀਂ ਪੁੱਛਿਆ ਕਿ ਕੌਣ ਸਪਾਂਸਰ ਕਰ ਰਿਹਾ, ਤੇ ਨਾਲ ਉਹਨਾਂ ਨੇ ਮੈਨੂੰ ਇਹ ਪੁੱਛਿਆ ਕਿ ਤੁਹਾਡੇ ਫਾਦਰ ਐਂਡ ਮਦਰ ਦੀ ਇਨਕਮ ਕਿੰਨੀ ਹੈ, ਇਨਕਮ ਬਾਰੇ ਪੁੱਛਿਆ ਸੀ। ਓਕੇ। ਤਾਂ ਉਹ ਤੁਸੀਂ ਐਕਸਪਲੇਨ ਕਰਤੀ ਸੀ, ਤੁਹਾਨੂੰ ਸਾਰਾ ਦੱਸਿਆ ਗਿਆ ਸੀਗਾ? ਹਾਂਜੀ, ਬਿਲਕੁਲ ਸਾਰਾ ਕੁਝ ਗਾਈਡ ਕੀਤਾ ਗਿਆ ਸੀ ਮੈਨੂੰ ਆਲਰੇਡੀ। ਓਕੇ। ਤੇ ਕਿੱਦਾਂ ਆਨਸਰ ਦੇਣਾ ਹੈ ਸਭ ਕੁਝ ਦੱਸਿਆ ਗਿਆ ਸੀ। ਤੇ ਤੁਸੀਂ ਜਿਹੜੀ ਮਤਲਬ ਤੁਹਾਨੂੰ ਉਹਨਾਂ ਨੇ ਤੁਹਾਡੇ ਕੋਰਸ ਬਾਰੇ ਪੁੱਛਿਆ ਤੇ ਇਸ ਚੀਜ਼ ਦੀ ਰਿਸਰਚ ਤੁਸੀਂ ਕੀਤੀ ਸੀ ਪਹਿਲਾਂ? ਹਾਂਜੀ। ਕਿ ਤੁਸੀਂ ਬਸ ਆਪਣੇ ਕੋਲੋਂ ਕੋਈ ਵੀ ਆਨਸਰ ਦਿੱਤਾ? ਨਹੀਂ, ਏਦਾਂ ਬਿਨਾਂ ਪ੍ਰਿਪੇਅਰ ਆਪਾਂ ਆਨਸਰ ਕੋਈ ਵੀ ਨਹੀਂ ਦੇ ਸਕਦੇ ਹੈ ਨਾ। ਤੇ ਇਸ ਲਈ ਫਿਰ ਪ੍ਰਾਇਰ ਮੈਂ ਰਿਸਰਚ ਕੀਤੀ ਸੀ ਆਪਣੇ ਪੂਰੇ ਕੋਰਸ ਦੇ ਡਿਟੇਲ ਬਾਰੇ ਕਿ ਕੀ ਉਹਦੇ ਵਿੱਚ ਸਬਜੈਕਟਸ ਨੇ, ਕਿੱਥੇ ਦੀ ਮਤਲਬ ਉਹਦੇ ਵਿੱਚ ਕੀ ਅੱਗੇ ਹੈਗਾ, ਸਕੋਪ ਕੀ ਹੈ ਉਹਦਾ, ਸਾਰਾ ਕੁਝ ਇਹ ਡਿਟੇਲਸ ਜਿਹੜੀ ਅਸੀਂ ਸਰਚ ਕਰਕੇ ਗਈ ਸੀ ਮੈਂ। ਹੋਰ ਕੀ ਤੁਹਾਨੂੰ ਵੀਜ਼ਾ ਆਫਿਸਰ ਨੇ ਹੋਰ ਕੀ ਮਤਲਬ ਇੰਪੋਰਟੈਂਟ ਹੋਰ ਕੀ ਪੁੱਛਿਆ? ਤੁਹਾਡੇ ਫਿਊਚਰ ਪਲਾਨਸ ਪੁੱਛੇ ਜਾਂ ਫਿਰ ਜਿਹੜੀ ਤੁਸੀਂ ਜੌਬ ਕੀਤੀ ਉਹਦੇ ਬਾਰੇ ਪੁੱਛਿਆ? ਹੋਰ ਮੈਨੂੰ ਕੁਛ ਇੱਦਾਂ ਦਾ ਦੱਸੋ ਜੋ ਕਿ ਸਟੂਡੈਂਟਸ ਲਈ ਮਤਲਬ ਹੈਲਪਫੁਲ ਹੋਵੇ, ਕਿ ਕੋਈ ਇੱਦਾਂ ਦੀ ਚੀਜ਼ ਜਿਹੜੀ ਤੁਹਾਨੂੰ ਲੱਗੀ ਹੋਵੇ ਕਿ ਇਹ ਸਪੈਸ਼ਲੀ ਮੈਨੂੰ ਦੱਸਣੀ ਚਾਹੀਦੀ ਹੈ ਇੱਥੇ। ਵੈਲ, ਮੇਰੇ ਨਾਲ ਤਾਂ ਇੱਦਾਂ ਦਾ ਕੁਝ ਨਹੀਂ ਹੋਇਆ, ਬਟ ਜਿਹੜਾ ਮੇਰਾ ਮਤਲਬ ਜਦੋਂ ਮੈਂ ਇੰਟਰਵਿਊ ਦੇਣ ਗਈ ਸੀ ਮੇਰੇ ਤੋਂ ਅੱਗੇ ਵਾਲੇ ਜਿਹੜੇ ਸੀਗੇ ਕੈਂਡੀਡੇਟ, ਉਹਨਾਂ ਕੋਲੋਂ ਕਾਫੀ ਕੁਐਸਚਨਿੰਗ ਹੋਈ ਸੀ, ਜਿਵੇਂ ਕਿ ਉਹਨਾਂ ਨੂੰ ਉਹਨਾਂ ਦੀ ਜੌਬ ਦੀ ਰਿਸਪੌਂਸਿਬਿਲਿਟੀਜ਼ ਪੁੱਛੀਆਂ ਗਈਆਂ ਸੀਗੀਆਂ ਕਿ ਤੁਸੀਂ ਜੌਬ ਕਰ ਰਹੇ ਹੋ, ਤੁਹਾਡੀ ਰਿਸਪੌਂਸਿਬਿਲਿਟੀਜ਼ ਕੀ ਹੈ, ਤੁਹਾਡੇ ਰੋਲਸ ਕੀ ਨੇ ਬੇਸਿਕਲੀ ਜੌਬ ਦੇ ਵਿੱਚ। ਤੇ ਉਸ ਚੀਜ਼ ਦਾ ਪਤਾ ਹੋਣਾ ਆਈ ਥਿੰਕ ਬਹੁਤ ਜ਼ਰੂਰੀ ਹੈ ਜੇ ਤੁਸੀਂ ਜੌਬ ਦੇ ਬਾਰੇ ਡਿਸਕਸ ਕਰ ਰਹੇ ਹੋ। ਤੇ ਸੈਕੰਡਲੀ ਉਹਨਾਂ ਨੇ ਜੌਬ ਦੇ ਰਿਲੇਟਡ ਹੋਰ ਵੀ 2-3 ਚੀਜ਼ਾਂ ਪੁੱਛੀਆਂ ਸੀ, ਜਿਵੇਂ ਫੰਡਸ ਦੇ ਰਿਲੇਟਡ ਬੱਚਿਆਂ ਨੂੰ ਉਹਨਾਂ ਨੂੰ ਸ਼ੋਅ ਕਰਨ ਨੂੰ ਕਿਹਾ ਸੀਗਾ ਕਿ ਆਪਣੇ ਫੰਡਸ ਸ਼ੋਅ ਕਰੋ। ਬਟ ਮੇਰੇ ਨਾਲ ਇੱਦਾਂ ਦਾ ਨਹੀਂ ਹੋਇਆ। ਸੋ ਮੈਂ ਚਾਹੁੰਦੀ ਹਾਂ ਕਿ ਜਿਹੜੇ ਬੱਚੇ ਵੀ ਜਾਂਦੇ ਆ ਉਹ ਵੀ ਪ੍ਰਿਪੇਅਰ ਹੋ ਕੇ ਹੀ ਜਾਣ ਅੱਗੇ। ਤੇ ਹੋਰ ਕੁਛ ਇੱਦਾਂ ਦਾ ਇੰਟਰਸਟਿੰਗ, ਜਿਵੇਂ ਤੁਸੀਂ ਮੈਨੂੰ ਜਦੋਂ ਇੰਟਰਵਿਊ ਦਿੱਤਾ ਉਦੋਂ ਤੁਸੀਂ ਮੈਨੂੰ ਦੱਸ ਰਹੇ ਸੀ ਪਹਿਲਾਂ ਕਿ ਤੁਹਾਡੇ ਤੋਂ ਲੈਫਟ ਥੰਬ ਕੀ ਰਾਈਟ ਥੰਬ ਕੀ ਪੁੱਛਿਆ? ਹਾਂਜੀ, ਐਕਚੁਅਲੀ ਜਿਹੜੇ ਮੇਰੇ ਅੱਗੇ ਕੈਂਡੀਡੇਟ ਸੀ 2 ਤੇ ਮੈਂ 3rd ਕੈਂਡੀਡੇਟ ਸੀ ਐਕਚੁਅਲੀ। ਤੇ ਜਿਹੜੇ ਅੱਗੇ ਵਾਲੇ 2 ਕੈਂਡੀਡੇਟ ਸੀ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣਾ ਰਾਈਟ ਹੈਂਡ ਫਿੰਗਰਸ ਜਿਹੜੀਆਂ ਨੇ ਸਕੈਨ ਕਰਨ ਲਈ ਲਗਾਓ। ਬਟ ਮੈਨੂੰ ਉਹਨਾਂ ਨੇ ਸਡਨਲੀ ਕਹਿਤਾ ਕਿ ਤੁਸੀਂ ਲੈਫਟ ਹੈਂਡ ਲਗਾਓ, ਜਸਟ ਟੂ ਚੈੱਕ ਅਟੈਂਟਿਵਨੈਸ ਕਿ ਕਿੰਨਾ ਬੱਚਾ ਅਟੈਂਟਿਵ ਹੈਗਾ। ਤੇ ਇਸੇ ਕਰਕੇ ਮਤਲਬ ਥੋੜਾ ਜਿਹਾ ਤੁਹਾਨੂੰ ਅਟੈਂਟਿਵ ਰਹਿਣ ਦੀ ਵੀ ਜ਼ਰੂਰਤ ਹੁੰਦੀ ਹੈ ਜਦੋਂ ਉੱਥੇ ਆਪਾਂ ਇੰਟਰਵਿਊ ਵਾਸਤੇ ਜਾਂਦੇ ਹਾਂ। ਦੋਸਤੋ, ਇਹ ਗੱਲ ਮੈਂ ਹਮੇਸ਼ਾ ਹੀ ਕਹਿੰਦਾ ਕਿ ਜਦੋਂ ਵੀ ਤੁਸੀਂ ਇੰਟਰਵਿਊ ਦੇਣ ਜਾਂਦੇ ਹੋ, ਚਾਹੇ ਉਹ ਕੋਈ ਵੀ ਇੰਟਰਵਿਊ ਹੈ, ਤੁਸੀਂ ਇੱਕ ਤਾਂ ਕੌਨਫੀਡੈਂਟ ਹੋਣੇ ਚਾਹੀਦੇ ਹੋ, ਤੇ ਦੂਜੀ ਗੱਲ ਕੀ ਹੈ, ਤੁਹਾਡੀ ਅਟੈਂਟਿਵ, ਤੁਹਾਡਾ ਪ੍ਰੈਜ਼ੈਂਸ ਆਫ ਮਾਈਂਡ, ਤੁਸੀਂ ਕਿੰਨੇ ਕੁ ਅਟੈਂਟਿਵ ਹੋ, ਤੁਹਾਨੂੰ ਜਿਹੜਾ ਬੰਦਾ ਸਾਹਮਣੇ ਵਾਲੀ ਗੱਲ ਕਹਿ ਰਿਹਾ ਹੈ
ਕੀ ਤੁਸੀਂ ਉਹ ਸੁਣ ਰਹੇ ਹੋ ਕਿ ਤੁਸੀਂ ਆਟੋਮੈਟਿਕਲੀ ਆਪ ਹੀ ਰਿਸਪੌਂਸ ਦੇ ਰਹੇ ਹੋ। ਉਹ ਗੱਲ ਸੁਣ ਕੇ ਸਮਝ ਕੇ ਤੁਸੀਂ ਰਿਸਪੌਂਸ ਦੇਣਾ ਹੈ। ਹੋ ਸਕਦਾ ਹੈ ਕਿ ਤੁਹਾਡੇ ਤੋਂ ਪਹਿਲਾਂ 2 ਜਾਂ 3 ਜੋ ਵੀ ਤੁਹਾਡਾ ਬੈਚ ਹੈ, ਜੇ 10 ਬੱਚਿਆਂ ਦਾ ਬੈਚ ਹੈ, ਹੋ ਸਕਦਾ ਉਹਦੇ ਵਿੱਚੋਂ 8 ਨੂੰ ਜਾਂ 9 ਨੂੰ ਸੇਮ ਕੁਐਸਚਨ ਪੁੱਛਣ, ਬਟ ਇਹ ਪੋਸੀਬਲ ਨਹੀਂ ਹੈਗਾ ਕਿ ਤੁਹਾਨੂੰ ਵੀ ਸੇਮ ਕੁਐਸਚਨ ਆਣ, ਤੇ ਨਾ ਹੀ ਐਦਾਂ ਹੁੰਦਾ ਹੈ। ਕਈ ਸਟੂਡੈਂਟਸ ਨੂੰ ਤਾਂ ਇਹ ਵੀ ਹੁੰਦਾ ਕਿ ਉਹਨਾਂ ਦਾ ਸਿਰਫ ਨਾਮ ਪੁੱਛ ਕੇ ਉਹਨਾਂ ਨੂੰ ਰਿਫਿਊਜ਼ਲ ਦੇ ਦਿੱਤੀ ਜਾਂਦੀ ਹੈ, ਜਾਂ ਫਿਰ ਉਹਨਾਂ ਤੋਂ ਬਹੁਤ ਸਾਰਾ ਡਿਟੇਲ ਡਿਸਕਸ਼ਨ ਕਰਨ ਤੋਂ ਬਾਅਦ ਵੀ, ਹਰ ਇੱਕ ਚੀਜ਼ ਦਾ ਆਨਸਰ ਲੈਣ ਤੋਂ ਬਾਅਦ ਵੀ ਉਹਨਾਂ ਦੀ ਰਿਫਿਊਜ਼ਲ ਆਉਂਦੀ ਹੈ। ਉਹ ਸਿਰਫ ਤਾਂ ਆਉਂਦੀ ਹੈ ਕਿਉਂਕਿ ਉੱਥੇ ਤੁਹਾਡਾ ਸਿਰਫ ਕੌਨਫੀਡੈਂਸ ਚੈੱਕ ਕੀਤਾ ਜਾਂਦਾ ਹੈ। ਤੁਹਾਨੂੰ ਫੈਕਟਸ, ਤੁਹਾਨੂੰ ਫਿਗਰਸ ਤੇ ਤੁਹਾਡਾ ਜੋ ਵੀ ਤੁਹਾਡੀ ਪ੍ਰੋਫਾਈਲ ਹੈ ਉਹ ਤੁਹਾਨੂੰ ਤੁਹਾਡੀ ਯਾਦ ਹੋਣੀ ਚਾਹੀਦੀ ਹੈ, ਤੇ ਤੁਸੀਂ ਉਹਨੂੰ ਕੌਨਫੀਡੈਂਟਲੀ ਪ੍ਰੈਜ਼ੈਂਟ ਕਰਨਾ ਹੈ। ਜੇ ਤੁਸੀਂ ਵੀਜ਼ਾ ਲੈਣਾ ਚਾਹੁੰਦੇ ਹੋ USA ਦਾ, ਤਾਂ ਸਭ ਤੋਂ ਵੱਡੀ ਗੱਲ ਕੌਨਫੀਡੈਂਸ ਹੈ। ਜੇ ਤੁਹਾਡੇ 'ਚ ਕੌਨਫੀਡੈਂਸ ਹੈਗਾ ਏ ਤਾਂ ਤੁਸੀਂ ਵੀਜ਼ਾ ਲੈ ਸਕਦੇ ਹੋ। ਜਦੋਂ ਸਮ੍ਰਿਤੀ ਸਾਡੇ ਕੋਲ ਆਏ ਤਾਂ ਇਹਨਾਂ ਨੂੰ ਵੀਜ਼ਾ ਅਪਲਾਈ ਕਰਨ ਤੋਂ ਮੈਂ ਪਹਿਲਾਂ ਹੀ ਕਹਿਤਾ ਸੀ ਕਿ ਤੁਹਾਡਾ ਵੀਜ਼ਾ ਆ ਜਾਊਗਾ, ਕਿਉਂਕਿ ਮੈਂ ਸ਼ੋਰ ਹੈ। ਕਿਉਂਕਿ ਇਹ ਸਮ੍ਰਿਤੀ ਮਤਲਬ ਬਹੁਤ ਕੌਨਫੀਡੈਂਸ ਸੀ। ਜਦੋਂ ਵੀ ਮੈਂ ਇਹਨੂੰ ਮਿਲਦਾ ਸੀਗਾ ਤੇ ਇਹਨੇ ਕਿਹਾ ਕਿ ਮੈਂ ਇੰਜੋਏ ਕਰ ਰਹੀ ਸੀ ਆਪਣਾ ਜਿਹੜਾ ਵੀਜ਼ਾ ਦਾ ਪ੍ਰੋਸੈਸ ਹੈ, ਤਾਂ ਵਾਕਈ ਇਸ ਲੜਕੀ ਨੇ ਬਹੁਤ ਇੰਜੋਏ ਕੀਤਾ। ਅਸੀਂ ਵੀ ਮਤਲਬ ਇਹਨੂੰ ਕੋਈ ਵੀ ਗੱਲ ਦੱਸਣੀ, ਕੋਈ ਸਮਝਾਣੀ, ਇਹਨਾਂ ਨੇ ਮਤਲਬ ਬਹੁਤ ਵਧੀਆ ਤਰੀਕੇ ਨਾਲ ਸੁਣਨੀ। ਇਹਨਾਂ ਨੂੰ ਕੋਰਸ ਦੱਸਣਾ, ਯੂਨੀਵਰਸਿਟੀ ਦੱਸਣੀ, ਖੁਦ ਇਹਨਾਂ ਨੇ ਰਿਸਰਚ ਕਰਨੀ, SOPs ਇਹਨਾਂ ਨੇ ਪ੍ਰੋਪਰ ਪੜ੍ਹਨੀ। ਜੇ ਉਹਦੇ ਵਿੱਚ ਕੋਈ ਗਲਤੀ ਆ ਖੁਦ ਕਰੈਕਟ ਕਰਨਾ, ਤੇ DS 160 ਦਿੱਤਾ, ਉਹਦੇ ਵਿੱਚ ਸਾਰੀਆਂ ਫੈਕਟਸ, ਅਕਾਊਂਟਸ, ਉਹ ਸਾਰੀਆਂ ਚੀਜ਼ਾਂ ਚੈੱਕ ਕੀਤੀਆਂ। ਜੇ ਤੁਸੀਂ ਆਪਣਾ USA ਦਾ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਜਿਹੜੇ ਇਹ ਕੁਐਸਚਨ ਆਨਸਰ ਨੇ, ਇਹ ਜਸਟ ਇੱਕ ਤੁਹਾਨੂੰ ਕੌਨਫੀਡੈਂਸ ਦੇਣ ਲਈ ਹੈ ਕਿ ਇੰਟਰਵਿਊ ਇੰਨਾ ਔਖਾ ਨਹੀਂ ਹੁੰਦਾ। ਔਖਾ ਕੀ ਹੈ? ਔਖਾ ਇਹ ਕਿ ਤੁਹਾਡਾ ਕੌਨਫੀਡੈਂਸ ਜਿਹੜਾ ਤੁਸੀਂ ਇੱਥੋਂ ਘਰੋਂ ਲੈ ਕੇ ਤੁਰਦੇ ਹੋ ਉਹ ਅੰਬੈਸੀ ਦੇ ਵਿੱਚ ਵੀ ਸੇਮ ਹੋਣਾ ਚਾਹੀਦਾ ਹੈ। ਸੋ ਸਮ੍ਰਿਤੀ, ਥੈਂਕ ਯੂ ਸੋ ਮਚ, ਤੇ ਤੁਸੀਂ ਆਏ ਹੈ ਨਾ, ਆਪਣਾ ਟਾਈਮ ਕੱਢਿਆ, ਤੇ ਥੈਂਕ ਯੂ ਸੋ ਮਚ। ਵਿਸ਼ ਯੂ ਅ ਵੈਰੀ ਗੁੱਡ ਲੱਕ ਫॉर योर ਸਕਸੈਸ। ਫਿਊਚਰ ਦੇ ਵਿੱਚ ਤੁਸੀਂ ਬਹੁਤ ਅੱਛੇ ਇਨਸਾਨ ਬਣੋ, ਹੈ ਨਾ, ਤੇ ਬਹੁਤ ਅੱਛਾ ਪੜ੍ਹੋ ਲਿਖੋ ਤੇ ਨਾਮ ਰੋਸ਼ਨ ਕਰੋ ਆਪਣੇ ਮਾਤਾ ਪਿਤਾ ਦਾ। ਧੰਨਵਾਦ ਦੋਸਤੋ, ਮਿਲਦੇ ਆ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਕੋਈ ਨਵੀਂ ਸਕਸੈਸ ਸਟੋਰੀ ਲੈ ਕੇ। ਥੈਂਕ ਯੂ।